असलामुअलैकुम चाचे दे पुत्रों की हाल है ठीक हो। ਅੱਜ ਮੋਨ ਰਲ ਕੇ ਬਹਿ ਗਏ ਆ ਬਾਪੀਵਾਂ ਦਾ ਦਿਹਾੜਾ ਹੈ ਤੇ ਮੈਂ ਆਖਿਆ ਉਹਦੇ ਉੱਤੇ ਵੀ ਡਿਸਕਸ਼ਨ ਕਰਨੀ ਚਾਹੀਦੀ ਏ। ਬਸ ਸਾਲ ਵਿੱਚ ਪੀਵਾਂ ਵਾਸਤੇ ਇੱਕ ਦਿਹਾੜਾ ਵਾਵਾ ਹੈ ਜਾਂ ਕਾਫੀ ਏ। ਅਸੀਂ ਵੀ ਨਾ ਗੋਰਿਆਂ ਪਿੱਛੇ ਜਾਂ ਯੂਰਪੀ ਮਾਹੌਲ ਪਿੱਛੇ ਹੌਲੀ ਹੌਲੀ ਚੱਲਦੇ ਜਾਂਦੇ ਆ। ਬਾ ਇੱਕ ਦਿਹਾੜੇ ਪਿਓ ਨੂੰ ਫੁੱਲ ਦੇ ਲਓ ਜਾਂ ਇੱਕ ਦਿਹਾੜੇ ਪਿਓ ਨੂੰ ਜਿਹੜਾ ਨਾ ਉਹ ਹੈਪੀ ਫਾਦਰ ਡੇ ਕਰ ਲਓ ਤੇ ਇਹ ਵੱਡਾ ਹੈ। ਹੁਣ ਗੱਲ ਇਹਦੀ ਉਹ ਕਰਨ ਲੱਗਿਆ ਜਾਂ ਵੀਡੀਓ ਮੈਂ ਕੀਤਾ ਬਿਨ ਫੋਨ ਮੈਂ ਆਖਿਆ ਹੈਪੀ ਫਾਦਰ ਡੇ ਜਾਂ ਅੱਬਾ ਮਤਲਬ ਤੁਸੀਂ ਖੁਸ਼ ਰਹੋ ਜਾਂ ਇਹ ਉਹ ਸਾਰਾ ਕੁਝ ਉਸ ਅੱਗੋਂ ਮੈਨੂੰ ਨਾ ਚੰਗੀਆਂ ਭਲੀਆਂ ਸੁਣਾਈਆਂ ਨੇ। ਹੁਣ ਮੈਂ ਤੁਹਾਡੇ ਅੱਗੋਂ ਫੋਲ ਨਹੀਂ ਸਕਦਾ ਉਹ ਕਿਵੇਂ ਆਉਂਦੇ ਨੇ ਆਪਣੇ ਹੀ ਹੱਥ ਤੇ ਆਪਣੇ ਹੀ ਮੂੰਹ ਤੇ ਆਪਣੀ ਚੰਡ। ਲੇਕਿਨ ਹੁਣ ਇਹਨਾਂ ਕੋਲੋਂ ਵੀ ਪੁੱਛਨੇ ਆ ਬਾ ਇਹਨਾਂ ਵੀ ਆਪਣੇ ਪੀਵਾਂ ਨੂੰ ਫੋਨ ਕੀਤਾ ਹੈ ਉਹਨਾਂ ਅੱਗੋਂ ਕੀ ਆਖਿਆ ਬਾ ਮਿਹਨਤ ਤੇ ਅੱਬੇ ਆਖਿਆ ਬਾ ਇਹ ਤੂੰ ਲਾਣਾ ਇੱਕ ਦਿਹਾੜੇ ਵਿੱਚ ਮੇਰਾ ਲਾ ਲੈਣਾ ਤੂੰ ਜੇ ਤਵੇਂ ਨਿੱਕਾ ਹੈ ਜਾਂ ਤੇਰੇ ਆਪਣੇ ਕੱਪੜੇ ਵੀ ਵੰਜਾਨਾ ਹੈ ਜਾਂ ਸਾਰਾ ਕੁਝ ਕਰਦਾ ਹੈ ਅਸਾਂ ਤੇ ਤੈਨੂੰ ਹਰ ਦਿਹਾੜੇ ਨਹੀਂ ਹਰ ਵਕਤ ਤੇਰੇ ਬਾਰੇ ਹੀ ਸੋਚਿਆ ਜਾਂ ਤੈਨੂੰ ਅੱਗੇ ਰੱਖਿਆ ਤੇ ਤੁਸੀਂ ਹੁਣ ਉਹ ਕਿਵੇਂ ਆਂਦੇ ਨੇ ਵਡੇਰੇ ਹੋ ਪਏ ਹੋ ਤੁਹਾਡੀ ਉਹ ਦੁੰਬੀ ਸਿੱਟਾ ਪੈ ਗਿਆ ਹੈ ਤੇ ਤੁਸੀਂ ਸਾਨੂੰ ਹੁਣ ਸਾਲ 'ਚੋਂ ਇੱਕ ਦਿਹਾੜੇ ਯਾਦ ਕਰਨਾ ਹੁੰਦਾ ਹੈ ਕਿਉਂਕਿ ਇਹ ਗੋਰੇ ਇੰਝ ਹੀ ਕਰਦੇ ਨੇ ਇੱਥੇ ਤੁਸੀਂ ਉਹ ਖਰੇ ਉਰਦੂ 'ਚ ਕੀ ਆਉਂਦੇ ਨੇ ਜਾਂ ਪੰਜਾਬੀ ਵਿੱਚ ਜਿੱਥੇ ਵਡੇਰਿਆਂ ਜਾ ਕੇ ਛੱਡਦੇ ਨੇ ਆਲ ਟਾਈਮ ਤੇ ਉਰਦੂ 'ਚ ਦੱਸਣਾ ਉਹਦਾ ਤੇ ਮੈਨੂੰ ਵੀ ਪਤਾ ਹੈ ਨਾ ਪੰਜਾਬੀ 'ਚ ਓਲਡ ਹੋਮ ਮਤਲਬ ਕਿ ਜਿਹੜਾ ਜਿੱਥੇ ਬੁੱਢਿਆਂ ਛੱਡਦੇ ਨੇ ਜਾਂ ਮਾਈਆਂ ਬਾਬਿਆਂ ਛੱਡ ਆਉਂਦੇ ਨੇ ਉਹ ਇੱਥੇ ਤੇ ਭਰੇ ਪਏ ਹੁੰਦੇ ਨੇ। ਤੇ ਮੈਂ ਨਾ ਸ਼ੁਕਰ ਹੈ ਜੀ ਇਹ ਜੇ ਪਾਕਿਸਤਾਨ ਕੋਈ ਨਹੀਂ ਕਿ ਸ਼ਹਿਰਾਂ 'ਚ ਬਣੇ ਹੋਏ ਨੇ ਚਲੋ ਅਜੇ ਸ਼ੁਕਰ ਹੈ ਸਾਡੇ ਪਿੰਡਾਂ ਵਿੱਚ ਨਹੀਂ ਔਰ ਬਣਨੇ ਚਾਹੀਦੇ ਵੀ ਨਹੀਂ ਕਿਉਂਕਿ ਅਗਰ ਔਲਾਦੀ ਨਿੱਕਿਆ ਹੁੰਦਿਆਂ ਤੋਂ ਮਾਂ ਪਿਓ ਵੱਡਾ ਕਰਦਾ ਹੈ ਉਹਨਾਂ ਦੀ ਦੇਖਭਾਲ ਕਰਦਾ ਹੈ ਨਾ ਤੇ ਸਾਡੇ ਉੱਤੇ ਵੀ ਫਰਜ਼ ਹੈ ਅਸੀਂ ਵੀ ਆਪਣੇ ਮਾਂ ਪਿਓ ਦਾ ਬੁਢਾਪਾ ਜਿਹੜਾ ਨਾ ਉਹਨਾਂ ਨੂੰ ਸਪੋਰਟ ਕਰੀਏ ਉਹਨਾਂ ਨਾਲ ਖਲੋਵੀਏ ਕਿਉਂਕਿ ਸਾਨੂੰ ਜ਼ਿੰਦਗੀ ਉਹਨਾਂ ਦਿੱਤੀ ਹੈ ਠੀਕ ਹੈ ਖੁਦਾ ਸਾਨੂੰ ਪੈਦਾ ਕੀਤਾ ਖੁਦਾ ਉਹਦੇ ਗਲਿਆ ਪਰ ਉਹਨਾਂ ਦੀ ਵੀ ਸਾਡੀ ਜ਼ਿੰਦਗੀ ਵਿੱਚ ਅਮਲ ਦਖਲ ਹੈ ਉਹਨਾਂ ਦਾ ਸਾਡੇ ਉੱਤੇ ਕਰਜ਼ ਹੈ ਇਹ ਕਰਜ਼ ਤੁਸੀਂ ਇੱਕ ਦਿਹਾੜੇ ਨਹੀਂ ਲਾ ਸਕਦੇ। ਮਿਹਨਤ ਤੇ ਅੱਬੇ ਕੱਢੀਆਂ ਗਾਲੀ ਤੋੜ ਤੂੰ ਦੱਸ ਉਸ ਇੱਕ ਵਾਰ ਸਾਹਿਬ ਮੰਮੀ ਕਿਹੜਾ ਨਾ ਮੁੰਡੇ ਪਤਾ ਲੱਗਿਆ ਅੱਜ ਫਾਦਰ ਡੇ ਵੇ ਮੈਂ ਵੀ ਫੋਨ ਕੀਤਾ ਅੱਬਿਆਂ ਰਾਨਾ ਫੋਨ ਕਰਕੇ ਮੈਂ ਕਿਹਾ ਜੀ ਅੱਬਾ ਜੀ ਹੈਪੀ ਕਿਹੜਾ ਨਾ ਫਾਦਰ ਡੇ ਅੱਛਾ ਤੇ ਅੱਬਿਆਂ ਨੂੰ ਹੈਪੀ ਦਾ ਤੇ ਪਤਾ ਹੀ ਕੋਈ ਨਹੀਂ ਹੈਪੀ ਫਾਦਰ ਡੇ ਹੁੰਦਾ ਕੀ ਉਹਨਾਂ ਕਿ ਪੁੱਤਰ ਉਹ ਕੀ ਹੁੰਦਾ ਹੈ ਮੈਂ ਜ਼ਰਾ ਫਿਰ ਤਫਸੀਲਨ ਦੱਸਿਆ ਮੈਂ ਕਿਹਾ ਬਾਬਾ ਜੀ ਸਾਲ ਦੇ ਵਿੱਚ ਨਾ ਇੱਕ ਦਿਨ ਹੁੰਦਾ ਹੈ ਹੈਪੀ ਅੱਬਾ ਟਾਗ ਮੈਂ ਕਿਹਾ ਬਸ ਸਿਰਫ ਕਿਹੜਾ ਨਾ ਵਾਲਦ ਵਾਸਤੇ ਉਹ ਦਿਨ ਹੁੰਦਾ ਹੈ ਨਾ ਠੀਕ ਹੈ ਉਹ ਕਿਹੜਾ ਨਾ ਜਿੰਨੇ ਵੀ ਮਸਲਨ ਲੜਕੀਆਂ ਨੇ ਲੜਕੇ ਨੇ ਜਾਂ ਜਿੰਨੇ ਜੋ ਵੀ ਹੈ ਨਾ ਉਹ ਆਪਣੇ ਵਾਲਦ ਨੂੰ ਨਾ ਵਿਸ਼ ਕਰਦੇ ਨੇ ਉਹ ਫਿਰ ਫੁੱਲ ਛੁੱਲ ਦਿੰਦੇ ਨੇ ਸ਼ਾਮੀ ਨਾਲ ਲੈ ਕੇ ਜਾਂਦੇ ਨੇ ਫਿਰ ਖਾਣਾ ਸ਼ਾਮ ਵੀ ਖਵਾਉਂਦੇ ਨਾ ਤੇ ਅੱਬਿਆਂ ਆਖਿਆ ਵੀ ਪੁੱਤਰ ਸਾਲ 'ਚ ਇੱਕ ਦਿਨ ਹੁੰਦਾ ਮੈਂ ਕਿਹਾ ਜੀ ਇੱਕ ਦਿਨ ਹੁੰਦਾ ਹੈ ਉਹ ਆਖਿਆ ਪੁੱਤਰ ਇਹ ਇੱਥੇ ਮੈਂ ਤੇ ਅੱਜ ਤੱਕ ਨਹੀਂ ਵੇਖਿਆ ਸਾਡੇ ਪਿੰਡ ਮੈਂ ਕਿਹਾ ਬਾਬਾ ਉਹ ਅਸੀਂ ਤੇ ਅੱਜ ਵੀ ਬਿੱਲੀ ਤੋਰੀ ਪਾ ਖਾਂਦੇ ਅੱਬਿਆਂ ਆਖਿਆ ਪਿੰਨਾ ਸਾਡੇ ਪਿੰਡ ਤੇ ਮੈਂ ਅੱਜ ਤੱਕ ਨਹੀਂ ਜਿੱਦਾਂ ਸੁਣਿਆ ਮੈਂ ਕਿਹਾ ਬਾਬਾ ਜੀ ਸਾਨੂੰ ਵੀ ਕਿਹੜਾ ਨਾ ਮੁਪਾਲਤ ਨਹੀਂ ਸੀ ਪਤਾ ਬਾਕੀ ਹੋਰ ਕਿਹੜਾ ਨਾ ਇੱਥੇ ਯੂਰਪ ਰਹਿ ਕੇ ਸਾਨੂੰ ਵੀ ਹੁਣ ਕੋ ਮਹਿਸੂਸ ਹੁੰਦਾ ਹੈ ਪਿਆ ਨਾ ਤੇ ਤਾਂ ਮੈਂ ਫੋਨ ਕੀਤਾ ਤੇ ਅੱਬਿਆਂ ਆਖਿਆ ਵਾ ਪੁੱਤਰ ਬਸ ਜੇ ਤੁਹਾਡਾ ਹਰ ਵਕਤ ਹੀ ਖਿਆਲ ਰੱਖਣਾ ਸਾਡੇ ਵਾਸਤੇ ਤੁਸੀਂ ਹਰ ਵਕਤ ਹੀ ਕਿਹੜਾ ਨਾ ਮਸਲਨ ਸੋਚਾਂ 'ਚੋਂ ਖਿਆਲਾਂ 'ਚੋਂ ਅਸੀਂ ਇਹੀ ਦੁਆਈ ਕਰਦੇ ਹਾਂ ਅੱਲਾਹ ਤਾਲਾ ਤੁਹਾਨੂੰ ਕਿਹੜਾ ਮੁਸੀਬਤਾਂ ਪਰੇਸ਼ਾਨੀਆਂ ਤੋਂ ਬਚਾਏ ਤੇ ਤੁਸੀਂ ਅੱਲਾ ਦੇ ਬੰਦੇ ਸਾਲ ਦੇ ਵਿੱਚ ਇੱਕ ਵਾਰੀ ਫੋਨ ਕਰਕੇ ਆਉਂਦੇ ਬਾਕੀ ਅੱਬਿਆਂ ਇਹ ਵੀ ਆਖਿਆ ਬੜੀ ਮਿਹਰਬਾਨੀ ਕਮ ਸੇ ਕਮ ਤੂੰ ਇਹ ਤੇ ਦੱਸਿਆ ਮੈਂ ਫਾਦਰ ਦਾ ਇੱਕ ਦਿਨ ਹੁੰਦਾ ਹੈ ਮੈਨੂੰ ਤੇ ਅੱਜ ਤੱਕ ਆਪਣੀ ਜ਼ਿੰਦਗੀ 'ਚ ਇਹ ਵੀ ਕੁਝ ਪਤਾ ਮੈਂ ਫਾਦਰ ਦਾ ਵੀ ਇੱਕ ਦਿਨ ਹੁੰਦਾ ਹੈ ਨਾ ਮੈਂ ਅੱਬਿਆਂ ਨੂੰ ਫਿਰ ਮੈਂ ਕਿਹਾ ਨਹੀਂ ਇੱਕ ਦਿਨ ਹੁੰਦਾ ਇੱਕ ਫਾਦਰ ਦਾ ਵੀ ਇੱਕ ਹੁੰਦਾ ਹੈ ਇੱਕ ਅੰਮਾ ਦਾ ਵੀ ਦਿਨ ਹੁੰਦਾ ਹੈ ਆਖਨੇ ਅੰਮਾ ਦਾ ਕਿਦੋਂ ਮੈਂ ਕਿਹਾ ਅੰਮਾ ਦਾ ਲੱਗ ਗਿਆ ਅੰਮਾ ਨੇ ਮੈਂ ਕੁੜੀ ਸੀ ਦੱਸਿਆ ਖੁਸ਼ ਹੋਏ ਨਾ ਚਲੋ ਕਮ ਸੇ ਕਮ ਮੈਂ ਕਿਹਾ ਮਾਰਾ ਨੂੰ ਤੇ ਕੁੜੀ ਦੱਸਿਆ ਤੇ ਤੁਸੀਂ ਵੀ ਮੋਟ ਮੈਂ ਤੁਹਾਨੂੰ ਦੱਸ ਛੱਡਿਆ ਮੈਂ ਕਿਹਾ ਤੁਹਾਨੂੰ ਤੇ ਤੇ ਹੋਰ ਮੈਂ ਕਿਹਾ ਜੋ ਉੱਥੇ ਤੂੰ ਦੱਸ ਤੁਹਾਨੂੰ ਖਾਲਾ ਸ਼ਾਲ ਵੀ ਖਵਾਲਾ ਸੀ ਤੇ ਬਾਕੀ ਹੋਰ ਕਿਹੜਾ ਕੋਈ ਜੁਗਾੜ ਲੈਣਾ ਵਾ ਖਾਣ ਪੀਣ ਦਾ ਨਾ ਤੇ ਉਹ ਜਨਾਬ ਜੀ ਉਹਨਾਂ ਆਖਿਆ ਉਹਨਾਂ ਨਾਲ ਕੋਈ ਨਹੀਂ ਖਾਣਾ ਨਾ ਸਾਨੂੰ ਖਵਾ ਸਾਨੂੰ ਤੇਲੇ ਜੋਗੇ ਪੈਸੇ ਗਲਦੇ ਉੱਤੇ ਜਿਵੇਂ ਡੀਜ਼ਲ ਤੇ ਪੈਟਰੋਲ ਦੀ ਅੱਗੋਂ ਮੁੰਜੀ ਵੀ ਲਾਣੇ ਦੀ ਉਹਨਾਂ ਨਹੀਂ ਅੱਗੋਂ ਗੱਲ ਸੁਣਨਾ ਅੱਜ ਉੱਥੇ ਗੱਲ ਮੁੱਕਦੀ ਪਈ ਹੈ ਤੇ ਗੱਲ ਕਰਦਾ ਮੈਂ ਤੇ ਨਾਲ ਹੀ ਉਹਨਾਂ ਆਖਿਆ ਪੁੱਤਰ ਅੱਗੇ ਤੇ ਥੋੜਾ ਪੈ ਜਾਣਾ ਕੁਰਬਾਨੀ ਤੋਂ ਪਹਿਲੇ ਜਾਨਵਰ ਲਿਆਓ ਕੁਰਬਾਨੀ ਦਾ ਉਰਾ ਪਰ ਤੇ ਹੁਣ ਦਿਨ ਪਿੱਛੇ ਕੋਈ ਨਹੀਂ ਤੇ ਨਾਸ਼ਾ ਕੋਈ ਨਾ ਲੈਂਦਾ ਕੁਰਬਾਨੀ ਦਾ ਹਾਲਾ ਮੈਂ ਕਹਿ ਲੈ ਵੀ ਅੱਜ ਝੱਗਾ ਫਸੀ ਮੈਂ ਕਿਹਾ ਅੱਬਾ ਜੀ ਮੈਂ ਅੱਜ ਤੁਹਾਨੂੰ ਕਿਹੜਾ ਫਾਦਰ ਦੇ ਵਾਸਤੇ ਫੋਨ ਕੀਤਾ ਕੁਰਬਾਨੀ ਦੀ ਗੱਲ ਮੈਂ ਤੁਹਾਨੂੰ ਬਾਅਦ ਸੁਣਾ ਦਾ
ਉਹਨਾਂ ਆਬਾ ਪੁੱਤਰ ਦੇ ਹੁਣ ਪਿੱਛੇ ਕਿਹੜੇ ਰਹਿ ਗਏ, ਕਿਹੜੀ ਸੁਣਾਨੀਆਂ ਹੋਣੀ ਮੈਨੂੰ ਸੁਣਾ ਬਾਪੂ। ਉਹ ਅੱਬੇ ਰਾ ਫੋਨ ਵੀ ਕੋਈ ਨਾ, ਉਹ ਫੋਨ ਮੈਂ ਘਰ ਹੀ ਕਰਨਾ ਹੁੰਦਾ ਤੇ ਅੱਬੇ ਜੇ ਸ਼ਾਮੀ ਹੁੰਦੇ ਨੇ ਘਰ, ਉਹ ਤੇ ਫਿਰ ਗੱਲ ਹੋ ਜਾਂਦੀ ਹੈ ਕਦੀ ਕਦੀ। ਤੇ ਅੱਬੇ ਰੱਖ ਬਾ ਕੁਰਬਾਨੀ ਦੀ ਗੱਲ ਸੁਣਾ, ਮੈਂ ਮੁੜ ਪਿਛਾ ਨੂੰ ਚੀਕਾਂ, ਮੈਂ ਕਿਹਾ ਹੁਣ ਭੈੜਾ ਫਸ ਚੰਗਾ ਫਾਦਰ ਦੇ ਕੁਰਬਾਨੀ ਤੋਂ ਹੁਣ ਹਟੋ। ਮੈਂ ਆਖਿਆ ਚਲੋ ਇਹ ਗੱਲ ਚੰਗੀ ਆ। ਫਿਰ ਮੈਂ ਜੀ ਆਖਿਆ ਚਲੋ ਸਹੀ ਹੈ, ਹੁਣ ਪੈਸੇ ਘੱਲਣਾ ਸਵੇਰੇ ਕੁਰਬਾਨੀ ਦੇ ਜਨਾਬ। ਤੇ ਜਿੰਨੀ ਹੁਣ ਮਹਿੰਗਾਈ ਹੋਈ ਪਈ ਉਹ ਸਕੇ ਸਮਝ ਹੀ ਨਹੀਂ ਪਈ ਆਉਂਦੀ ਕੁਰਬਾਨੀ ਦਾ ਕਰੇ, ਕੁਰਬਾਨੀ ਦੇ ਪੈਸੇ ਦਿਓ ਜਾਂ ਹੋ ਸਕੇ ਖਾਣ ਪੀਣ ਦੇ ਦਿਓ। ਮਾਲ ਬਹੁਤ ਜ਼ਿਆਦਾ ਆ ਗਿਆ ਮਾਰਕੀਟ ਵਿੱਚ ਤੇ ਖਰੀਦਦਾਰ ਕੋਈ ਨਹੀਂ ਹੈ ਹੁਣ ਇੰਜ ਗੱਲ ਉਹ ਤੇ ਇੰਜ ਐਵੇਂ ਹੀ ਆਂਦੇ ਨੇ ਜੇ ਮੰਨੀਆਂ ਜਾਈਏ ਫਿਰ ਪਤਾ ਲੱਗਦਾ ਮਾਲ ਸਾਡੇ ਕੋਲ ਆਪਣੇ ਕੋਲ ਵੀ ਤਾਂ ਮਾਲ ਆਈ ਹੈ ਨਾ। ਇਹ ਹੀ ਹੈ ਜਿੰਨਾ ਮਾਲ ਬਾਕੀ ਗੱਲ ਸਹੀ ਹੈ ਹੁਣ ਜੈਸੇ ਮਾਲ ਦਾ ਸੀਜ਼ਨ ਹੁੰਦਾ ਹੈ ਉਹਨਾਂ ਨੂੰ ਪਤਾ ਹੁਣ ਕੁਰਬਾਨੀ ਦਾ ਕੋਈ ਬੰਦਾ ਕਿਸੇ ਪੁੱਛਣੀ ਨਹੀਂ ਤੇ ਉਹ ਜੀ ਸਾਲ ਸਾਂਭ ਕੇ ਉਹਨਾਂ ਦੀ ਖਿਦਮਤ ਕਰਕੇ ਜੋ ਮਾਰਕੀਟ ਲੈ ਕੇ ਜਾਂਦੇ ਤੇ ਉਹਨਾਂ ਆਖਰੀ ਦਿਨ ਕਿਹੜਾ ਹੈ ਨਾ ਉਹ ਫਿਰ ਉਹਨਾਂ ਕੋ ਜਿਹੜਾ 3 ਲੱਖ ਮੰਗਦਾ ਵਾ ਜਾਨਵਰ ਉਹਨਾਂ 2 ਲੱਖ ਦਾ ਆਖਰੀ ਦਿਨ ਆਖ ਲੈ ਜਾਣਾ ਤੀਜੇ ਦੇ ਆਖਰੀ ਦਿਨ ਨਹੀਂ ਉਹਨਾਂ ਨੂੰ ਸਹੀ ਉਹਨਾਂ ਤੇ ਮੁੜ ਇਹ ਹਨ ਵੀ ਇਹਦੇ ਤੋਂ ਸਿਰ ਛਡਾਓ ਬਸ ਸਾਲ ਅੱਗੇ ਹੀ ਕਿਹੜਾ ਇਹਨੂੰ ਸਾਂਭ ਕੇ ਜੋ ਕੁਝ ਇਹਦੇ ਨਾਲ ਕੀਤਾ ਅਗਰ ਨਹੀਂ ਤਾਂ ਅਗਲੀ ਕੁਰਬਾਨੀ ਤੱਕ ਮੋੜ ਸਾਂਭੋ ਉਸ ਆਖਿਆ ਜਿੰਨੀ ਹੁਣ ਮਹਿੰਗਾਈ ਹੋਈ ਪਈ ਹੈ ਚੌਧਰੀ ਪਰਸਿਆਂ ਨੂੰ ਤੇਲ ਲਾਣਾ ਹੋਵੇ ਤੇ ਉਸ ਆਖਿਆ ਉਸ ਆਖਿਆ ਕਿੱਲਾ ਪੀਸਦੇ ਨੂੰ ਉਸ ਆਖਿਆ ਬੰਦੇ ਦੀ ਉਂਝ ਹੀ ਸੋਂਝ ਹੋ ਜਾਂਦੀ ਹੈ ਬੰਦਾ ਦਾ ਬੇ ਮਾਲ ਤੇ ਪੂਰੇ ਹੀ ਨਹੀਂ ਕਰਦਾ ਹੋਰ ਜਿੰਨੀ ਕੋ ਮਹਿੰਗਾਈ ਹੋਈ ਪਈ ਹੈ ਉੱਥੇ ਮੁਲਕ ਦੇ ਵਿੱਚ। ਬਿਲਕੁਲ ਇੰਜ ਗੱਲ ਹੈ, ਰੋਣੇ ਤੇ ਨੇ ਢੇਰ ਸਾਰੇ ਬਵੀਏ ਤੇ ਉਹ ਰੋਣੇ ਮੁੱਕਦੇ ਨਹੀਂ। ਬਹਰਹਾਲ ਗੱਲ ਇੱਥੇ ਇਤਨੀ ਕੀ ਮੁੱਕਦੀ ਏ ਬਾ ਮਾਊ ਪਿਓ ਦਾ ਲਾਣਾ ਅਸੀਂ ਨਹੀਂ ਸੇ ਲਾ ਸਕਦੇ। ਮਾਂ ਪਿਓ ਸਾਨੂੰ ਜੰਮਦਾ ਹੈ, ਵੱਡਾ ਕਰਦਾ ਹੈ, ਸਾਡੀ ਦੇਖਭਾਲ ਕਰਦਾ ਹੈ ਤੇ ਅਸੀਂ ਜੇ ਅਗਰ ਇੱਕ ਦਿਹਾੜੇ ਤੇ ਮਾਊ ਜਾਂ ਪਿਓ ਨੂੰ ਟਰਕਾਣੇ ਦੀ ਕੋਸ਼ਿਸ਼ ਕਰੀਏ ਨਾ ਤੇ ਇਹ ਬੜਾ ਗਲਤ ਕੰਮ ਹੈ। ਮਾਊ ਪਿਓ ਦਾ ਲਾਣਾ ਨਹੀਂ ਸੇ ਲਾ ਸਕਦੇ। ਮਾਊ ਪਿਓ ਦਾ ਹਰ ਵੇਲੇ ਧਿਆਨ ਰੱਖਿਆ ਕਰੋ, ਹਰ ਵੇਲੇ ਉਹਨਾਂ ਦੀ ਸੇਵਾ ਕੀਤਾ ਕਰੋ, ਉਹਨਾਂ ਨਾਲ ਰਾਬਤੇ 'ਚ ਰਿਹਾ ਕਰੋ, ਉਹਨਾਂ ਦਾ ਧਿਆਨ ਦਾ ਪਾ ਰੱਖਿਆ ਕਰੋ ਕਿਉਂਕਿ ਉਹ ਹਰ ਵੇਲੇ ਸਾਡੇ ਬਾਰੇ 'ਚ ਹੀ ਸੋਚਾਂ ਚਰਾਉਂਦੇ ਨੇ, ਸਾਡੇ ਵਾਸਤੇ ਹੀ ਦੁਆਈ ਕਰਦੇ ਨੇ ਤੇ ਜਿਨ੍ਹਾਂ ਦੇ ਜਿਉਂਦੇ ਨੇ ਉਹ ਆਪਣੇ ਮਾਊ ਪਿਓ ਦੀ ਕਦਰ ਕਰੋ ਔਰ ਉਹਨਾਂ ਦਾ ਸਾਥ ਦਿਓ, ਉਹਨਾਂ ਦੇ ਬੁਢਾਪੇ ਵਿੱਚ ਮਹਿਸੂਸ ਨਾ ਹੋਣ ਦਿਓ ਕਿ ਤੁਹਾਡੇ ਅੱਗੇ ਪਿੱਛੇ ਕੋਈ ਨਹੀਂ ਤੇ ਜਿਨ੍ਹਾਂ ਦਾ ਨਹੀਂ ਉਹਨਾਂ ਵਾਸਤੇ ਸਾਰੇ ਦੁਆ ਕੀਤਾ ਕਰੋ। ਆਪਣੇ ਮਾਊ ਪਿਓ ਦੀ ਕਬਰ ਤੇ ਜਾਇਆ ਕਰੋ, ਫਾਤਿਹਾ ਸ਼ਰੀਫ ਪੜ੍ਹਿਆ ਕਰੋ, ਉਹਨਾਂ ਵਾਸਤੇ ਦੁਆ ਕੀਤਾ ਕਰੋ ਤੇ ਜਿਹੜੇ ਜਿਉਂਦੇ ਨੇ ਉਹਨਾਂ ਦੇ ਮਾਊ ਪਿਓ ਨਾਲ ਜ਼ਿੰਦਗੀ ਦੇਵੇ। ਤੇ ਗੱਲ ਇਤਨੀ ਕੀ ਆਈ ਬਾ ਇੱਕ ਅੱਧਾ ਦਿਹਾੜਾ ਜਿਹੜਾ ਆਖ ਛੱਡਣਾ ਨਾ ਅੱਜ ਫਾਦਰ ਡੇ ਜਾਂ ਅੱਜ ਮਦਰ ਡੇ ਉਹ ਉਹਨਾਂ ਦੀ ਧੂਈ ਨੇ, ਉਹਨਾਂ ਦਾ ਪੂਰਾ ਸਾਲ ਹੀ ਹੋਣਾ ਚਾਹੀਦਾ ਤੇ ਪੂਰਾ ਸਾਲ ਹੀ ਜਿਵੇਂ ਖੁਦਾ ਨੂੰ ਅਸੀਂ ਦਿਹਾੜੀ ਵਿੱਚ 5 ਵਾਰੀ ਯਾਦ ਕਰਨੇ ਆ, ਖੁਦਾ ਉਂਝ ਤੇ ਸਾਡੇ ਦਿਲ 'ਚ ਵਸਦਾ ਹੈ ਹਰ ਵੇਲੇ 5 ਵਾਰੀ ਦਿਨ ਵਿੱਚ ਯਾਦ ਕਰਨਾ ਫਰਜ਼ ਹੈ ਸਾਡੇ ਤੇ ਇੰਝ ਹੀ ਮਾਂ ਪਿਓ ਵੀ ਹੁੰਦਾ ਹੈ। ਖੁਦਾ ਤੋਂ ਬਾਅਦ ਮਾਂ ਪਿਓ ਬੜਾ ਅਜ਼ੀਜ਼ ਹੁੰਦਾ ਹੈ ਔਰ ਉਹਨਾਂ ਦੀ ਬੜੀ ਕਦਰ ਹੈ ਸਾਡੀਆਂ ਜ਼ਿੰਦਗੀਆਂ ਵਿੱਚ ਜਾਂ ਉਹਨਾਂ ਦਾ ਇੱਕ ਮੇਨ ਹਿੱਸਾ ਹੈ ਤੇ ਇਨਸ਼ਾਅੱਲਾ ਮਾਂ ਪਿਓ ਹਰ ਵੇਲੇ ਅਜ਼ੀਜ਼ ਹੁੰਦਾ। ਉਹਨਾਂ ਦੀਆਂ ਸੋਚਾਂ ਆਉਂਦੀਆਂ ਔਰ ਸੋਚਾਂ ਰਹਿਣੀਆਂ ਚਾਹੀਦੀਆਂ। ਇੱਕ ਹੀ ਅੱਧੇ ਦਿਹਾੜੇ ਤੇ ਕੰਮ ਇਹ ਨਹੀਂ ਮੁੱਕਣਿਆ, ਇਹ ਜੇ ਤੁਸੀਂ ਮੁਕਾਣੇ ਦੀ ਜਿਹੜੀ ਕੋਸ਼ਿਸ਼ ਪਾ ਕਰਦੇ ਹੋ ਨਾ ਨਹੀਂ ਹੁਣ ਅੱਲਾ ਦੇ ਬੰਦਾ ਐਡਵਾਂਸ ਤੇ ਬੜਾ ਹੁੰਦਾ ਪਿਆ। ਅਸੀਂ ਵੀ ਕਿਹੜਾ ਨਾ ਅਸੀਂ ਆਨੇ ਬਈ ਇੱਕ ਦਿਨ ਹੀ ਕਿਹੜਾ ਨਾ ਮਦਰ ਡੇ ਤੇ ਫਾਦਰ ਡੇ ਕਰਕੇ ਪੀਜ਼ਾ ਲੈ ਕੇ ਜਾਈਏ, ਇੱਕ ਰਾ ਪੀਜ਼ਾ ਪੂਦਾ ਖਵਾਈਏ ਤੇ ਨਾਲ ਜਾ ਕੇ ਫਾਦਰ ਡੇ ਤੇ ਮਦਰ ਡੇ ਤੇ ਫਿਰ ਅਸੀਂ ਆਨੇ ਬਸ ਸਾਲ ਸਾਨੂੰ ਕਿਹੜਾ ਨਾ ਹੁਣ ਬੰਦਾ ਬਲੈਜ ਲੈ ਕੋਈ ਨਾ ਉਹ ਅੱਲਾ ਦੇ ਬੰਦੇ ਹੁਣ ਸਾਨੂੰ ਕਿਹੜਾ ਨਾ ਬਿਹਤਰੀ ਵਾਲੀ ਜਾਣਾ ਚਾਹੀਦਾ। ਹੁਣ ਤੇ ਸੋਸ਼ਲ ਮੀਡੀਆ ਦਾ ਦੌਰ ਹੈ, ਜਿਵੇਂ ਦੇ ਹਾਲਾਤ ਬਣੇ ਪਏ ਨੇ ਨਹੀਂ ਅਸੀਂ ਇੱਕ ਆਨੇ ਆ ਨਾ ਵਾ ਅਸੀਂ ਜਹਿਲ ਆ ਜਾਂ ਅਸੀਂ ਦੁਨੀਆ ਤੋਂ ਪਿਛਾ ਰਹਿ ਗਏ। ਕੁਝ ਹਰਕਤਾਂ ਸਾਡੀਆਂ ਦੁਨੀਆ ਤੋਂ ਬਿਹਤਰ ਨੇ। ਹੁਣ ਇੱਥੇ ਗੋਰੇ ਨੇ ਇੱਥੇ ਜਿਹੜੇ ਓਲਡ ਹੋਮ ਪਿਆਂ ਦੇ ਉਹ ਭਰੇ ਪਏ ਨੇ। ਪਾਕਿਸਤਾਨ ਚਲੋ ਸ਼ਹਿਰਾਂ ਚੋਂ ਸੁਣ ਪਸੰਦ ਪਿੰਡਾਂ ਦਾ ਪਤਾ ਹੈ ਜਿੱਥੋਂ ਦੇ ਅਸੀਂ ਰਾਣੇ ਬਾਣੇ ਵਾਲੇ ਆ। ਸਾਡਾ ਮਾਂ ਪਿਓ ਅੱਜ ਵੀ ਸਾਡਾ ਸਿਹਰਾ ਨੇ ਘਰ ਸਾਰਾ ਹਰ ਵੇਲੇ ਜੋ ਉਹਨਾਂ ਦਾ ਫੈਸਲਾ ਹੋਵੇ ਅੱਜ ਵੀ ਸਿਰੇ ਮੱਥੇ ਔਰ ਉਹਦੀ ਕਦਰ ਕਰੀ ਦੀ ਔਰ ਉਹਦੇ ਉੱਤੇ ਅਮਲ ਕਰਨੇ ਦੀ ਕੋਸ਼ਿਸ਼ ਕਰੀ ਦੀਏ ਤੇ ਇਹਦੀ ਹੋਈ ਮਾਂ ਇਹ ਸਾਡਾ ਜਿਹੜਾ ਜੁਆਇੰਟ ਫੈਮਿਲੀ ਸਿਸਟਮ ਹੈ ਨਾ ਇਹ ਬਹੁਤ ਅੱਛਾ ਹੈ। ਇਹ ਹੌਲੀ ਹੌਲੀ ਗੋਰੇ ਵੀ ਅਪਣਾਉਣੇ ਦੀ ਕੋਸ਼ਿਸ਼ ਕਰਦੇ ਨੇ। ਇਹਦੇ ਨਾਲ ਇਤਫਾਕ ਵੱਧਦਾ ਹੈ ਤੇ ਇੱਕ ਦੂਜੇ ਨੂੰ ਪਹਿਚਾਣ ਹੁੰਦੀ ਹੈ ਇੱਕ ਦੂਜੇ ਦੀ ਔਰ ਇੱਕ ਦੂਜੇ ਵਾਸਤੇ ਮੁਹੱਬਤ ਪੈਦਾ ਹੁੰਦੀ ਹੈ। ਇਹ ਗੋਰੇ ਹਾਲਾਂਕਿ ਜੇ ਤੇ ਸ਼ੁਰੂ ਵਿੱਚ ਜਾਂ ਨਿੱਕਿਆ ਹੁੰਦਿਆਂ ਤੋਂ ਵੇਂਦੇ ਆਏ ਆ ਇਹ ਜਦ ਤੱਕ 18 ਸਾਲ ਦਾ ਹੁੰਦਾ ਨਹੀਂ ਅਜੇ ਉਹ ਆਂਦਾ ਲੈ ਤੁਸੀਂ ਕੌਣ ਤੇ ਮੈਂ ਕੌਣ, ਮਾਊ ਪਿਓ ਨਾਲ ਦਾ ਮੈਨੂੰ ਹੁਣ ਮੇਰਾ ਕਾਨੂੰਨ ਜਾਂ ਮੇਰਾ ਆਇਨ ਇਜਾਜ਼ਤ ਦਿੰਦਾ ਕਿ ਮੈਂ ਅਲੱਗ ਜੋ ਮਰਜ਼ੀ ਕਰ ਸਕਾਂ ਉਹ ਕਰਦੇ ਨੇ। ਲੇਕਿਨ ਜੇ ਤਾਂ ਥੋੜ੍ਹੇ ਜਿਹਾ ਵਡੇਰੇ ਹੁੰਦੇ ਨੇ ਸੀਨੀਅਰ ਸਿਟੀਜ਼ਨ ਬਣਦੇ ਨੇ ਜਾਂ ਉਹਨਾਂ ਨੂੰ ਸਾਰੀ ਸਮਝ ਆਉਂਦੀ ਹੈ ਮੋਹਨੋਂ ਬਚਦੇ ਨੇ ਮਾਊ ਪਿਓ ਵੱਲ ਜੋ ਹੋਇਆ ਸਾਡੇ ਕੋਲ ਜ਼ਿਆਦਤੀ ਹੋਈ ਹੈ ਤੇ ਇਹਦੀ ਉਹ ਹਮੇਸ਼ਾ ਆਪਣੇ ਦਿਮਾਗ ਨੂੰ ਖੁੱਲ੍ਹਾ ਰੱਖੋ, ਅੱਛੀਆਂ ਸੋਚਾਂ ਸੋਚੋ। ਮਾਂ ਪਿਓ ਦਾ ਜਿਹੜਾ ਤਜਰਬਾ ਹੁੰਦਾ ਨਾ ਉਹ ਤੁਹਾਡਾ ਅਜੇ ਨਹੀਂ ਤੇ ਹਰ ਕੰਮ ਕਰਨੇ ਤੋਂ ਪਹਿਲਾਂ ਉਹਨਾਂ ਕੋਲੋਂ ਪੁੱਛਿਆ ਕਰੋ, ਉਹਨਾਂ ਦੀ ਦੁਆ ਲਿਆ ਕਰੋ ਤੇ ਦੁਆਨ ਖੁਦਾ ਕਿਸੇ ਵੀ ਫੈਸਲੇ ਵਿੱਚ
ਕੋਈ ਵੀ ਕਦਮ ਉਠਾਣੇ ਤੋਂ ਪਹਿਲਾਂ ਅਗਰ ਮਾਂ ਪਿਓ ਦੀ ਦੁਆ ਲੈ ਲਓ ਉਹਦੇ ਨਾਲ ਤੇ ਇਨਸ਼ਾਅੱਲਾ ਦੁਆਨ ਖੁਦਾ ਫਤਹ ਯਾਬ ਕਰੇਗਾ, ਦੁਆਨ ਖੁਦਾ ਇਨਸ਼ਾਅੱਲਾ ਉਹਦੇ ਵਿੱਚ ਉਹ ਕਿਵੇਂ ਆਂਦੇ ਨੇ ਕਿ ਬਰਕਤ ਦੇਵੇਗਾ ਇਨਸ਼ਾਅੱਲਾ। ਰੰਗ ਸਾਹਿਬ ਇਹ ਕਿਹੜੇ ਹੋਣਾ ਯੂਰਪੀਅਨ ਕਿਹੜੇ ਨਾ ਜੁਆਇੰਟ ਸਿਸਟਮ ਨਾਲ ਜਾ ਰਹੇ ਨਾ, ਬਿਲਕੁਲ ਬਈ ਇੱਥੇ ਵੀ ਇੰਨੀ ਕੁ ਮਹਿੰਗਾਈ ਹੋ ਗਈ ਇਹਨੂੰ ਹੁਣ ਕੱਲੇ ਕੱਲੇ ਆਪਣਾ ਮਕਾਨ ਅਫੋਰਡ ਹੀ ਨਹੀਂ ਕਰ ਸਕਦੇ, ਤਾਂ ਵਾਸਤੇ ਆਂਦੇ ਨੇ ਜੁਆਇੰਟ ਫੈਮਿਲੀ ਨੂੰ ਕਿਹੜਾ ਨਾ ਲਾਗੂ ਕਰੋ। ਬਿਲਕੁਲ ਮਹਿੰਗਾਈ ਵੀ ਚਲੋ ਠੀਕ ਹੈ, ਕੋਈ ਵੀ ਰੀਜ਼ਨ ਬਣੇ ਜਾਂ ਕੋਈ ਵੀ ਬਹਾਨਾ ਬਣੇ ਮੋੜ ਵੀ ਹੈ ਉਹ ਠੀਕ ਹੈ, ਕਿਸੇ ਵੀ ਬਹਾਨੇ ਚਾਹੇ ਨੇੜੇ ਇਕੱਠੇ ਹੋਣ ਨਾ, ਲੇਕਿਨ ਇਕੱਠਿਆ ਹੋਣਾ ਚਾਹੀਦਾ। ਜੁਆਇੰਟ ਫੈਮਿਲੀ ਸਿਸਟਮ ਬਿਹਤਰੀਨ ਹੈ। ਅਕਸਰ ਆਪ ਪਾਕਿਸਤਾਨ ਚੋਰਾਂ ਦੀਆਂ ਸ਼ਾਦੀਆਂ ਹੁੰਦੀਆਂ ਨੇ, ਉਹਨਾਂ ਦੀਆਂ ਉਹ ਘਰੇ ਦੀਆਂ ਆਉਂਦੀਆਂ ਨੇ ਘਰ, ਉਹ ਘਰ ਜੇ ਤੇ ਰਾਤੀ ਅੰਦਰ ਵੜਦੇ ਨੇ ਉਹ ਰੌਲਾ ਪਾ ਲੈਂਦੇ ਨੇ ਅਸਾਂ ਵੱਖਰੇ ਆਉਣਾ ਹੈ, ਅਸਾਂ ਇੰਜ ਕਰਨਾ ਹੈ, ਅਸਾਂ ਉਹ ਕਰਨਾ ਹੈ, ਸਾਡੇ ਕੋਲ ਤੇਰੇ ਮਾਂ ਪਿਓ ਕੋਲ ਮੇਰੇ ਕੋਲ ਨਹੀਂ ਰਹਿਣ ਹੁੰਦਾ ਜਾਂ ਇਹ ਉਹ ਸਾਰਾ ਕੁਝ। ਤੇ ਕੁਝ ਇੱਕ ਨਾ ਬੜੀ ਠੀਕ ਹੈ, ਇਸਲਾਮ ਵੀ ਇਹ ਆਂਦਾ ਹੈ ਮਾਂ ਪਿਓ ਨੂੰ ਸਾਂਭਣਾ ਉਹਨਾਂ ਦੇ ਪੁੱਤਰੇ ਦੇ ਆ ਕੇ, ਉਹ ਉਹਨਾਂ ਦੀ ਨੂੰਹ ਦਾ ਨਹੀਂ, ਲੇਕਿਨ ਉਸ ਪੁੱਤਰੇ ਨੂੰ ਸਾਂਭ ਕੇ ਪਾਲ ਪੋਸ ਕੇ ਉਸ ਨੂੰਹ ਦੇ ਕਾਬਲ ਉਸ ਮਾਂ ਪਿਓ ਨਹੀਂ ਬਣਾਇਆ। ਜੇ ਅਗਰ ਉਹ ਛੋਰ ਉਹਦਾ ਮਾਂ ਪਿਓ ਉਸ ਕਾਬਲ ਹੀ ਨਾ ਬਣਾਉਂਦੇ ਕਿ ਉਹ ਤੇਰੇ ਨਾਲ ਸ਼ਾਦੀ ਕਰ ਸਕਦਾ ਜਾਂ ਤੂੰ ਉਹਨਾਂ ਦੇ ਘਰ ਆਉਂ ਨਹੀਂ ਹੋਏ ਤੇ ਮੋਣ ਤੇ ਇਹ ਦਿਓ। ਜੇ ਅਗਰ ਤੁਸੀਂ ਆਂਦੇ ਹੋ ਨਾ ਬੰਦਾ ਮੇਰੀ ਮੁਹੱਬਤ ਹੈ ਜਾਂ ਬੰਦਾ ਆਂਦਾ ਔਰਤ ਮੇਰੀ ਮੁਹੱਬਤ ਹੈ, ਤੇ ਮੋਣ ਤੁਹਾਡਾ ਮਾਂ ਪਿਓ ਵੀ ਸਾਝੇ ਹੀ ਹੁੰਦਾ ਹੈ। ਚਾਹੇ ਕੁੜੀ ਦਾ ਮਾਂ ਪਿਓ ਹੋਵੇ ਉਹ ਛੋਰੇ ਦਾ ਮਾਂ ਪਿਓ ਹੋਵੇ, ਚਾਹੇ ਛੋਰੇ ਦਾ ਮਾਂ ਪਿਓ ਹੋਵੇ ਉਹ ਕੁੜੀ ਦਾ ਵੀ ਮਾਂ ਪਿਓ ਹੋਵੇ। ਤੇ ਇਹ ਦਿਓ ਜੇ ਅਗਰ ਮਰਦ ਬਾਹਰ ਮਿਹਨਤ ਕਰਦਾ ਹੈ ਨਾ, ਔਰਤ ਘਰ ਹੈ, ਤਾਂ ਜੇ ਉਸ ਆਪਣੇ ਮਰਦ ਦੀ ਜਾਂ ਆਪਣੇ ਜਣੇ ਦੀ ਉਸ ਮੁਹੱਬਤ ਆਪਣੇ ਲਿਆਉਣੀ ਹੈ ਜਾਂ ਉਹਦੇ ਦਿਲੇ ਵਿੱਚ ਆਪਣਾ ਅਹਿਸਾਸ ਪੈਦਾ ਕਰਨਾ ਸੀ ਨਾ, ਤਾਂ ਉਹਦੇ ਮਾਂ ਪਿਓ ਨੂੰ ਆਪਣਾ ਮਾਂ ਪਿਓ ਹੀ ਬਣਾਵੇ ਔਰ ਉਹਨਾਂ ਦੀ ਖਿਦਮਤ ਕਰੇ। ਇਹ ਆ ਜਿਹੜਾ ਤੁਸੀਂ ਪਾਕਿਸਤਾਨ 'ਚੋਂ ਨਾਰੇ ਲੱਗਦੇ ਨੇ ਮੇਰਾ ਜਿਸਮ ਮੇਰੀ ਮਰਜ਼ੀ, ਮੈਂ ਬੱਚੇ ਨਹੀਂ ਪੈਦਾ ਕਰਨਾ ਚਾਹੁੰਦੀ, ਮੈਂ ਇੰਜ ਨਹੀਂ ਕਰਨਾ ਚਾਹੁੰਦੀ, ਇਹ ਤੁਸੀਂ ਖੁਦਾ ਨਾਲ ਸਾਹਮਣਾ ਪਾ ਕਰਦੇ ਹੋ। ਨਾਉਜ਼ ਬਿੱਲਾ ਅੱਲਾ ਮਾਫ ਕਰੇ, ਇਹ ਤੁਸੀਂ ਖੁਦਾ ਨਾਲ ਦੁਸ਼ਮਣੀਆਂ ਕਰਦੇ ਹੋ। ਖੁਦਾ ਔਰਤ ਨੂੰ ਜਿਹੜੀ ਚੀਜ਼ ਵਾਸਤੇ ਬਣਾਇਆ ਹੈ ਉਹ ਚੀਜ਼ ਕਰਦੀ ਪਈ ਔਰਤ ਸੋਹਣੀ ਲੱਗਦੀ ਹੈ। ਆਪਣਾ ਘਰ ਬਣਾਵੇ, ਆਪਣਾ ਘਰ ਸਾਂਭੇ, ਉਹਨੂੰ ਸੰਵਾਰੇ, ਉਹ ਆਪਣੇ ਘਰੇ ਵਿੱਚ ਉਹ ਚੁਦਰਾਣੀ ਬਣ ਕੇ ਰਵੇ ਤੇ ਮਰਦ ਬਾਹਰ ਉਹਦੀ ਇੱਜ਼ਤ ਬਣਾਵੇ। ਜੇ ਤੇ ਘਰ ਔਰਤ ਉਹਨੂੰ ਸਕੂਨ ਦੇਵੇ ਦੀ, ਉਹਦੀ ਇੱਜ਼ਤ ਵਧਾਵੇ ਦੀ, ਇਨਸ਼ਾਅੱਲਾ ਬਾਹਰ ਮਰਦ ਕਦੀ ਮਾਰ ਨਹੀਂ ਖਾਂਦਾ। ਤੇ ਇਹ ਦਿਓ ਠੀਕ ਹੈ ਇਸਲਾਮ ਉੱਤੇ ਵੀ ਚੱਲਣਾ ਚਾਹੀਦਾ, ਲੇਕਿਨ ਕੁਝ ਹਕੀਕਤ ਹੋਰ ਹੁੰਦੀਆਂ ਨੇ। ਨੂੰਹਾਂ ਨੂੰ ਆਪਣੇ ਸੱਸੂ ਸਹੁਰੇ ਦਾ ਧਿਆਨ ਇੰਝ ਹੀ ਰੱਖਣਾ ਚਾਹੀਦਾ ਜਿਉਂ ਮਾਂ ਪਿਓ ਦਾ ਰੱਖਦੀਆਂ ਨੇ। ਆਪਣੀਆਂ ਜਿਹੜੀਆਂ ਨੇ ਭਰਜਾਈਆਂ ਨੇ ਜਾਂ ਆਪਣੇ ਭਰਾਵਾਂ ਨੂੰ ਮੈਸੇਜ ਦਿੰਦੀਆਂ ਨੇ ਨਾ ਭਰਾਊ ਵੱਖਰਾ ਨਾ ਹੋਵੇ, ਮਾਂ ਪਿਓ ਰੋਲ ਜਾਣੇ ਨਾ, ਇਹ ਸਾਡੀ ਜਿਹੜੀ ਸੁਆਣੀ ਤੇਰੀ ਸੁਆਣੀ ਨਹੀਂ ਸਾਡੀ ਭਰਜਾਈ ਘਰ ਆ ਗਈ, ਇਹ ਬੜੀ ਚੁੜੇਲ ਹੈ, ਇਹ ਬੜੀ ਅੰਜ ਹੈ, ਬੜੀ ਉਹ ਹੈ। ਤੇ ਆਪਣੀ ਜਣਿਆਂ ਤੁਸੀਂ ਆਂਦੀਆਂ ਉਹ ਆਪਣੇ ਮਾਂ ਪਿਓ ਤੋਂ ਵੱਖਰਾ ਹੋ, ਇਹ ਆ ਡਬਲ ਗੇਮ ਨਾ ਖੇਡਿਆ ਕਰੋ, ਨਾ ਇਨਸਾਫੀ ਨਾ ਕੀਤਾ ਕਰੋ। ਹਮੇਸ਼ਾ ਜੋ ਤੁਸੀਂ ਆਪਣੇ ਘਰ ਕਾਨੂੰਨ ਲਾਗੂ ਰੱਖਣਾ ਚਾਹੁੰਦੀਆਂ ਹੋ ਨਾ, ਜਾਂ ਆਪਣੀਆਂ